आम आदमी पार्टी जिंदाबाद, 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 इंकलाब जिंदाबाद। कि अल्लाह ताला ने तौफीक बख्शे कि ये बतौर हज कमेटी के मैंबर अपनी जिम्मेदारियां बहुस्न खूबी अंजाम दे सकन। अज असी मिल बैठे हाँ, इकट्ठे होए हाँ, बहुत ही खुशी भरिया ते सुभागा दिन है जदों अपनिया समस्यावां लई कुछ लोग इकट्ठे होके मशवरा करते न तो ਉਹਦੇ ਵਿੱਚ खैर बरकत होया करती है। मेरे तो पहला भी कुछ साथियों ने मशवरे पेश किए होने न, जिन्हां दा संखेप च वेरवा साडे मानयोग लोक सभा इंचार्ज साहब ने तुहाडे सामने पेश किया है। साडे देश नूं आज़ाद होया लगभग 75 साल हो चुके हैं, पर बड़े अफसोस नाल कहना पैंदा है कि इन्ने लंबे अरसे च सेंटर दीयां सरकारां ने और पंजाब के सूबे के अंदर कांग्रेस अकाली बीजेपी सरकारां ने लोगों नाल इंसाफ नहीं किया। जदों बेइंसाफी हुंदी है, धोखा हुंदा है, धक्का हुंदा है, उदों लोकां च मायूसी आउंदी है और उसके खिलाफ एहतजाज पैदा होता है। यही कारण है कि जदों बेइंसाफी नूं सहंदियां एक लम्हा समा गुजर गया, ऊपर वाले दी IRS करके इनकम टैक्स महकमे दे विच बतौर इनकम टैक्स कमिश्नर काम कर रहे सी, उन्हां दे मन दे विच ये जज्बा और तड़प पैदा की कि उठो और उठ के इस जुल्म ज्यादती के खिलाफ, इस धक्के के खिलाफ, लोगों नाल हो रहे धोखे के खिलाफ आवाज़ बुलंद करो। जनाब केजरीवाल साहब ने भारत के नक्शे ते, भारत के मंजरनामे ते नमूदार होके पूरे देश के लोगों नूं लामबंद करन दी एक पहलकदमी की और बहुत थोड़े समय च दिल्ली दे विच सरकार बना के एक नक्शा पेश किया पूरे देश के सामने, पूरे वर्ल्ड के सामने कि अगर नीयत साफ होवे हुक्मरान दी तो हुक्मरान इंसानियत लई, मनुखता लई, लोकां लई बहुत मियारी ते बहुत वधिया उत्पत्ति काम कर सकता है। एजुकेशन के फील्ड च, सेहत संभाल के फील्ड दे विच दिल्ली की सरकार ने जो काम किया है, इसकी शलाघा पूरे वर्ल्ड विच हो रही है। मानयोग मुख्यमंत्री सरदार भगवंत मान साहब ने इलैक्शन कैंपेन के दौरान पंजाब के लोगों नाल जो वादे किए सी, सौं चुकदियां ही उन्हां वादियां नूं पूरा करन लई अमल दरामद शुरू किया। ये पहले मुख्यमंत्री हैं पंजाब की धरती ते जिन्हां ने उस एजेंडे ते पहले दिन तो काम करना शुरू किया, जिहड़ा एजेंडा उन्होंने इलैक्शन कैंपेन के दौरान पंजाब के लोगों के सामने रखा सी। इस दे लई माननीय मुख्यमंत्री साहब सरदार भगवंत मान साहब बधाई के पात्र हैं।
ਉਹਨਾਂ ਨੇ ਉਦੋਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਬਣਨ ਤੇ ਮੁਫਤ ਬਿਜਲੀ ਦੇਵਾਂਗੇ, ਪਹਿਲੀ ਗਰੰਟੀ ਦਿੱਤੀ ਸੀ। ਔਰ 1 ਜੁਲਾਈ ਤੋਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਖਾਤਮਾ ਕਰੇਗੀ। ਸਹੁੰ ਚੁੱਕਣ ਤੋਂ ਬਾਅਦ ਮਾਨ ਸਾਹਿਬ ਨੇ ਟੋਲ ਫ੍ਰੀ ਨੰਬਰ ਦਿੱਤਾ ਕਿ ਅਗਰ ਕੋਈ ਸਰਕਾਰੀ ਅਫਸਰ ਰਿਸ਼ਵਤ ਮੰਗਦਾ ਹੈ ਤਾਂ ਇਸ ਨੰਬਰ ਤੇ ਤੁਰੰਤ ਉਹਨਾਂ ਨੂੰ ਇਤਲਾਹ ਦਿੱਤੀ ਜਾਵੇ, ਉਸ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਪੰਜਾਬ ਦੇ ਲੋਕਾਂ ਨੇ ਨਹੀਂ, ਦੇਸ਼ ਦੇ ਲੋਕਾਂ ਨੇ ਨਹੀਂ, ਪੂਰੇ ਵਰਲਡ ਦੇ ਲੋਕਾਂ ਨੇ ਆਪਣੀ ਚਸ਼ਮੇ ਸਰ ਨਾਲ ਦੇਖਿਆ ਕਿ ਆਪਣੀ ਹੀ ਕੈਬਨਿਟ ਦਾ ਉਹ ਮੰਤਰੀ ਜਿਹੜਾ ਮੰਤਰੀ ਦੀ ਗੱਡੀ 'ਚ ਬਹਿ ਕੇ ਗਿਆ ਸੀ ਅੰਦਰ ਮਾਨ ਸਾਹਿਬ ਨਾਲ ਮੁਲਾਕਾਤ ਕਰਨ, ਔਰ ਪੁਲਿਸ ਦੀ ਜਿਪਸੀ 'ਚ ਬਹਿ ਕੇ ਬਾਹਰ ਨਿਕਲਿਆ ਸੀ। ਆਪਣੇ ਮੰਤਰੀ ਦੇ ਖਿਲਾਫ ਵੀ ਕਾਰਵਾਈ ਕੀਤੀ। DIG ਵੀ ਫੜੇ ਗਏ। 210 ਤੋਂ ਜ਼ਿਆਦਾ ਰਿਸ਼ਵਤ ਲੈਣ ਵਾਲੇ ਅਫਸਰਾਂ ਤੇ ਹੁਣ ਤੱਕ ਕਾਰਵਾਈ ਹੋ ਚੁੱਕੀ ਹੈ। ਔਰ ਕਾਂਗਰਸ ਪਾਰਟੀ ਦੇ ਸਾਬਕਾ ਵਜ਼ੀਰਾਂ ਨੇ, MLA ਨੇ, ਜਿਨ੍ਹਾਂ ਨੇ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਿਆ, ਉਹਨਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ। ਔਰ ਤੁਸੀਂ ਦੇਖ ਰਹੇ ਹੋ ਕਿ ਧਰਮ ਸਰੋਤੀ ਤੇ ਇੱਧਰ ਆਸ਼ੂਤੋਸ਼ ਸਲਾਖਾਂ ਦੇ ਪਿੱਛੇ ਹਨ। ਹਾਂ, ਔਰ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਭਾਵੇਂ ਕੋਈ ਕਿੱਡਾ ਹੀ ਬਾ ਅਸਰ ਸ਼ਖਸੀਅਤ ਕਿਉਂ ਨਾ ਹੋਵੇ, ਜਿਹਨੇ ਵੀ ਪੰਜਾਬ ਨੂੰ ਲੁੱਟਿਆ ਹੈ, ਇੱਕ ਪਾਈ ਦਾ ਹਿਸਾਬ ਲਿਆ ਜਾਏਗਾ। ਔਰ ਉਹਦੇ ਤਾਲੁਕ ਨਾਲ ਬਾਰੀਕੀ ਨਾਲ ਹਰ ਇੱਕ ਨੇ ਜੋ ਕਾਰਗੁਜ਼ਾਰੀ ਕੀਤੀ, ਜਿੱਥੇ ਜਿੱਥੇ ਘਪਲੇ ਹੋਏ, ਜਿੱਥੇ ਜਿੱਥੇ ਪੰਜਾਬ ਦੀ ਦੌਲਤ ਨੂੰ ਲੁੱਟਿਆ ਗਿਆ, ਉਸ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਹੋਰ ਕਈ ਮੰਤਰੀ ਸੰਤਰੀ ਇਸ ਗ੍ਰਿਫਤ ਦੇ ਵਿੱਚ ਆਉਣਗੇ। ਭੈਣੋ ਤੇ ਭਰਾਵੋ, ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਕ ਐਸਾ ਨੇਤਾ ਮਿਲਿਆ ਹੈ ਕਿ ਜਿਸ ਦੇ ਦਿਲ ਦੇ ਅੰਦਰ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ ਜਜ਼ਬਾ ਹੈ, ਤੜਪ ਹੈ, ਔਰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀ ਤਮੰਨਾ ਹੈ, ਆਰਜ਼ੂ ਹੈ। ਕੱਲੀ ਤਮੰਨਾ ਔਰ ਆਰਜ਼ੂ ਹੀ ਨਹੀਂ, ਬਲਕਿ ਪ੍ਰੈਕਟੀਕਲੀ ਉਹ ਦਿਨ ਰਾਤ ਕੰਮ ਕਰ ਰਹੇ ਹਨ। ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਕੰਮ ਕਰ ਰਹੇ ਹਾਂ। ਜੋ ਸਾਡੀ ਡਿਊਟੀ ਲੱਗਦੀ ਹੈ, ਅਸੀਂ ਉਸ ਨੂੰ ਬਾਹੁਸਨੋ ਖੂਬੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਜਿਹੜਾ ਕਿ ਹਿੰਦੁਸਤਾਨ ਦਾ 1 ਨੰਬਰ ਦਾ ਸੂਬਾ ਹੋਇਆ ਕਰਦਾ ਸੀ, ਅੱਜ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ, ਕਾਂਗਰਸ ਤੇ ਅਕਾਲੀ BJP ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹੋਣ ਕਰਕੇ ਪੰਜਾਬ 17ਵੇਂ ਨੰਬਰ ਤੇ ਪਹੁੰਚ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਤਹਈਆ ਕੀਤਾ ਹੋਇਆ ਹੈ ਕਿ ਅਸੀਂ ਮੁੜ ਪੰਜਾਬ ਨੂੰ 1 ਨੰਬਰ ਦਾ ਸੂਬਾ ਬਣਾਉਣਾ ਹੈ। ਪਿਛਲੀਆਂ ਸਰਕਾਰਾਂ, ਲੋਟੂ ਸਰਕਾਰਾਂ ਨੇ ਪੰਜਾਬ ਦੇ ਸਿਰ ਤੇ ਲਗਭਗ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸਾਨੂੰ ਵਿਰਾਸਤ ਵਿੱਚ ਦੇ ਕੇ ਗਏ। ਅਸੀਂ ਉਹ ਕਰਜ਼ਾ ਵੀ ਅਦਾ ਕਰਨਾ ਹੈ, ਔਰ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਨੇ, ਪੰਜਾਬ ਦੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਵੀ ਸਟੈਪ ਬਾਈ ਸਟੈਪ ਪੂਰਾ ਕਰਨਾ ਹੈ। ਪਿਛਲੀਆਂ ਸਰਕਾਰਾਂ ਦਾ ਰਵੱਈਆ ਹੁੰਦਾ ਸੀ ਕਿ 4 ਸਾਲ 4.5 ਸਾਲ ਕੁੰਭਕਰਨ ਦੀ ਨੀਂਦ ਸੌਂਦੀਆਂ ਸਨ, ਅਯਾਸ਼ੀ ਤੋਂ ਐਸ਼ ਪ੍ਰਸਤੀ ਕਰਦੀਆਂ ਸਨ, ਔਰ ਜਦੋਂ ਅਗਲੀਆਂ ਚੋਣਾਂ ਨੇੜੇ ਆ ਜਾਂਦੀਆਂ ਸੀ ਤੇ ਫਿਰ ਲੋਕਾਂ ਨੂੰ ਭਰਮਾਉਣ ਲਈ ਏਜੰਡੇ ਦੀਆਂ ਕੁਝ ਆਈਟਮਾਂ ਉਸ ਥੈਲੀ ਚੋਂ, ਪਟਾਰੀ ਚੋਂ ਕੱਢ ਲਿਆਉਂਦੇ ਸੀ ਤੇ ਲੋਕਾਂ ਨੂੰ ਦਿਖਾ ਕੇ
ਕਿ ਅਸੀਂ ਆ ਭਰਤੀ ਕਰ ਰਹੇ ਹਾਂ, ਅਸੀਂ ਐਂ ਕਰ ਰਹੇ ਹਾਂ, ਅਸੀਂ ਆਹ ਸਕੂਲਾਂ ਲਈ ਆਹ ਕਰ ਰਹੇ ਹਾਂ ਤੇ ਅਸੀਂ ਹਸਪਤਾਲਾਂ ਲਈ ਆਹ ਕਰ ਰਹੇ ਹਾਂ, ਤੇ ਲੋਕਾਂ ਨੂੰ ਭਰਮਾ ਕੇ ਫਿਰ ਵੋਟਾਂ ਲੈ ਲੈਂਦੇ ਸੀ, ਪਰ ਪ੍ਰੈਕਟੀਕਲੀ ਕੁਛ ਨਹੀਂ ਸੀ ਕਰਦੇ। ਇਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਹਨ, ਜਿਨ੍ਹਾਂ ਨੇ 26,500 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ, ਨੌਕਰੀਆਂ ਦੇਣ ਲਈ ਪ੍ਰੋਸੈਸ ਸਟਾਰਟ ਕੀਤਾ। ਔਰ ਤੁਸੀਂ ਦੇਖਿਆ ਹੋਣਾ ਕਿ 4358 ਤਾਂ ਪੁਲਿਸ ਮੁਲਾਜ਼ਮ ਹੀ ਭਰਤੀ ਕੀਤੇ ਗਏ ਹਨ, 850 ਡਾਕਟਰ ਭਰਤੀ ਕੀਤਾ ਗਿਆ ਹੈ, ਔਰ 17,500 ਤੋਂ ਉੱਪਰ ਤਾਂ ਭਰਤੀ ਹੋ ਚੁੱਕੀ। ਆਉਣ ਵਾਲੇ ਚੰਦ ਦਿਨਾਂ 'ਚ ਇਹ ਅੰਕੜਾ 26,500 ਤੱਕ ਪੂਰਾ ਕਰ ਲਿਆ ਜਾਏਗਾ। ਨਾਰੇ ਤਕਬੀਰ, ਅੱਲਾਹੁ ਅਕਬਰ, ਇਨਕਲਾਬ ਜਿੰਦਾਬਾਦ। ਵਾਅਦਾ ਕੀਤਾ ਗਿਆ ਸੀ ਨਸ਼ਿਆਂ ਤੇ ਕੰਟਰੋਲ ਕਰਨ ਦਾ। ਅੱਜ ਨਸ਼ੇ ਦੇ ਤਸਕਰ, ਨਸ਼ੇ ਦੇ ਸੌਦਾਗਰ ਬੜੀ ਤੇਜ਼ੀ ਨਾਲ ਫੜੇ ਜਾ ਰਹੇ ਹਨ। ਮਾਨ ਸਾਹਿਬ ਦੇ ਸਖਤ ਆਦੇਸ਼ ਹਨ, ਪੁਲਿਸ ਬੜੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਔਰ ਅੱਜ ਨਸ਼ੇ ਦਾ ਉਹ ਕਾਰੋਬਾਰ ਜਿਹੜਾ ਹੈ, ਉਸ ਦੀ ਜੋ ਚੇਨ ਥੀ, ਉਸ ਨੂੰ ਤੋੜਨ ਵਿੱਚ ਆਮ ਆਦਮੀ ਪਾਰਟੀ ਸਰਕਾਰ ਕਾਮਯਾਬ ਹੋਈ ਹੈ। ਐਜੂਕੇਸ਼ਨ ਨੂੰ ਬੁਲੰਦ ਕਰਨਾ ਹੈ, ਐਜੂਕੇਸ਼ਨ ਦਾ ਮਿਆਰ ਉੱਚਾ ਕਰਨਾ ਹੈ, ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ ਇਨਫਰਾਸਟ੍ਰਕਚਰ ਠੀਕ ਕਰਨਾ ਹੈ, ਕਾਲਜ ਸਕੂਲਾਂ ਦਾ ਜਿਹੜੀਆਂ ਬਿਲਡਿੰਗਸ ਹਨ ਉਹ ਠੀਕ ਕਰਨੀਆਂ ਹਨ, ਖੇਡ ਦੇ ਮੈਦਾਨ ਵਧੀਆ ਬਣਾਉਣੇ ਹਨ, ਕਿਉਂਕਿ ਪੰਜਾਬ ਦੇ ਸਾਡੇ ਨੌਜਵਾਨ ਕਬੱਡੀ ਦੇ ਮੈਦਾਨ 'ਚ, ਕੁਸ਼ਤੀਆਂ ਦੇ ਮੈਦਾਨ 'ਚ, ਫੁੱਟਬਾਲ ਦੇ ਮੈਦਾਨ 'ਚ, ਹਾਕੀ ਦੇ ਮੈਦਾਨ 'ਚ, ਦੌੜਾਂ ਦੇ ਮੈਦਾਨ 'ਚ ਵਰਲਡ ਲੈਵਲ ਤੇ ਨਾਮ ਨਾ ਖੱਟਦੇ ਸੀ। ਪੰਜਾਬ ਬੁਰੀ ਤਰ੍ਹਾਂ ਭਟਕ ਕੇ ਰਹਿ ਗਿਆ। ਅਸੀਂ ਨੌਜਵਾਨਾਂ ਨੂੰ ਮੁੜ ਇਸ ਸਾਰੀਆਂ ਖੇਡਾਂ ਦੀਆਂ ਸਹੂਲਤਾਂ ਦੇਵਾਂਗੇ, ਅੱਛੇ ਗਰਾਊਂਡ ਦੇਵਾਂਗੇ, ਇਨਫਰਾਸਟ੍ਰਕਚਰ ਦੇਵਾਂਗੇ, ਸਹੂਲਤਾਂ ਦੇਵਾਂਗੇ, ਤਾਂ ਕਿ ਸਾਡੇ ਪੰਜਾਬ ਦੇ ਗੱਭਰੂ ਨੌਜਵਾਨ ਫਿਰ ਇਹ ਸਾਰੀਆਂ ਖੇਡਾਂ ਦੇ ਵਿੱਚ ਵਧੀਆ ਪ੍ਰੈਕਟਿਸ ਕਰਕੇ ਅੱਗੇ ਵਧ ਸਕਣ, ਔਰ ਇੰਟਰਨੈਸ਼ਨਲ ਪੱਧਰ ਦੇ ਮੁਕਾਬਲਿਆਂ 'ਚ ਉਹ ਸ਼ਮੂਲੀਅਤ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ। ਗੱਲ ਆਈ ਸੀ ਇਸਰਾਈਲ ਦੀ। ਇਸਰਾਈਲ, ਚਮਨ ਕੁਰੈਸ਼ੀ ਜੀ ਕਿੱਥੇ ਨਾ, 1948 ਤੋਂ ਪਹਿਲਾਂ ਇਸਰਾਈਲ ਨਾਂ ਦਾ ਕੋਈ ਮੁਲਕ ਦੁਨੀਆ ਦੇ ਨਕਸ਼ੇ ਤੇ ਨਹੀਂ ਸੀ। 1948 ਚ ਫਲਸਤੀਨ ਦੇ ਕੁਝ ਹਿੱਸੇ ਤੇ ਕਬਜ਼ਾ ਕਰਕੇ 1948 ਚ ਇਸਰਾਈਲ ਨੇ ਵਜੂਦ ਆਪਣਾ ਕਾਇਮ ਕੀਤਾ। ਜੇ ਆਪਾਂ ਜਿਵੇਂ ਕਿਸੇ ਦੇ ਘਰ ਤੇ ਜਾ ਕੇ ਅੱਧੇ ਘਰ ਤੇ ਕਬਜ਼ਾ ਕਰਕੇ ਬਹਿ ਜਾਈਏ ਔਰ ਗੁੰਡੇ ਮਸਟੰਡਿਆਂ ਨਾਲ ਗਿੱਟ-ਮਿੱਟ ਕਰਕੇ ਔਰ ਫਿਰ ਕੋਈ ਆਪਣੀ ਸੁਣਵਾਈ ਨਾ ਹੋਵੇ, ਤੇ ਇਸ ਤਰ੍ਹਾਂ ਇਹ ਇਸਰਾਈਲ ਜਿਹੜਾ ਹੈ ਇਹ ਫਲਸਤੀਨ ਦੀ ਧਰਤੀ ਤੇ 1948 ਵਿੱਚ ਨਾਜਾਇਜ਼ ਕਬਜ਼ਾ ਕਰਕੇ ਵਜੂਦ ਵਿੱਚ ਆਇਆ ਹੋਇਆ ਮੁਲਕ ਹੈ। ਔਰ ਤੁਹਾਡੀ ਜਾਣਕਾਰੀ ਲਈ ਦੱਸਾਂ ਕਿ ਵਾਜਪਾਈ ਸਾਹਿਬ ਦੀ ਸਰਕਾਰ ਤੋਂ ਪਹਿਲਾਂ ਨਾ ਹਿੰਦੁਸਤਾਨ ਵਿੱਚ ਇਸਰਾਈਲ ਦੀ ਕੋਈ ਐਮਬੈਸੀ ਸੀ, ਨਾ ਇਸਰਾਈਲ ਨੂੰ ਸਾਡੇ ਭਾਰਤ ਸਰਕਾਰ ਨੇ ਕੋਈ ਮਾਨਤਾ ਦਿੱਤੀ ਸੀ ਵੀ ਇਹ ਕੋਈ ਮੁਲਕ ਹੈਗਾ। ਵਾਜਪਾਈ ਸਾਹਿਬ ਦੀ ਸਰਕਾਰ ਬਣੀ, ਇਹਨਾਂ ਸੰਘੀਆਂ ਨੇ ਇਸਰਾਈਲ ਦੀ ਨੂੰ ਮਾਨਤਾ ਦਿੱਤੀ ਔਰ ਇਸਰਾਈਲ ਦੀ ਐਮਬੈਸੀ ਪੰਜਾਬ ਇੱਥੇ ਆਪਣੇ ਦਿੱਲੀ ਵਿੱਚ ਖੋਲੀ। ਭਰਾਵੋ, ਇਸ ਨਾਜਾਇਜ਼ ਮੁਲਕ ਨੂੰ ਅਮਰੀਕਾ ਦੀ, ਇੰਗਲੈਂਡ ਦੀ, ਜਰਮਨੀ, ਜਾਪਾਨ ਦੀ ਹਮਾਇਤ ਹਾਸਲ ਹੈ। ਲਗਭਗ 125 ਦੇਸ਼ UNO ਵਿੱਚ ਨਾਜਾਇਜ਼ ਮੁਲਕ ਇਸਰਾਈਲ ਦੀ ਵਿਰੋਧਤਾ ਕਰਦੇ ਰਹੇ, ਇਸ ਨੂੰ ਮਾਨਤਾ ਨਹੀਂ ਦਿੱਤੀ, ਲੇਕਿਨ ਅਮਰੀਕਾ ਵਰਗੇ ਦੇਸ਼ ਵੀਟੋ ਕਰਕੇ ਉਹਨਾਂ ਦੇ ਉਸ ਮਤੇ ਨੂੰ ਰੱਦ ਕਰਦੇ ਰਹੇ ਔਰ ਇਸਰਾਈਲ ਦੀ ਪਿੱਠ ਤੇ ਖੜਦੇ ਰਹੇ। ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਬੜਾ ਗੁੰਡਾ ਦੁਨੀਆ ਦੇ ਵਿੱਚ ਅਮਰੀਕਾ ਹੈ ਔਰ ਉਸ ਗੁੰਡੇ ਨੇ ਹਮਾਇਤ ਦੇ ਕੇ ਇੱਕ ਮੁਸਲਮਾਨ ਮੁਲਕ ਨੂੰ, ਨਾਜਾਇਜ਼ ਮੁਸਲਮਾਨ ਮੁਲਕ ਤੇ ਕਬਜ਼ਾ ਕਰਾ ਕੇ ਫਲਸਤੀਨ ਤੇ, ਜਿੱਥੇ ਮੁਸਲਮਾਨਾਂ ਦਾ ਕਿਬਲਾ ਅਵਲ ਸੀ, ਜਿਵੇਂ ਹੁਣ ਮੱਕਾ ਮਦੀਨਾ ਹੈ,
ਪਹਿਲਾਂ ਫਲਸਤੀਨ ਕਿੰਨੀ ਨੂੰ ਮੂੰਹ ਕਰਕੇ ਮੁਸਲਮਾਨ ਨਮਾਜ਼ ਪੜ੍ਹਿਆ ਕਰਦੇ ਸੀ। ਖਾਨਾ ਕਾਬਾ ਔਰ ਮਸਜਿਦ ਨਬਵੀ ਤੋਂ ਬਾਅਦ ਜਿਹੜਾ ਫਲਸਤੀਨ ਦੇ ਵਿੱਚ ਧਾਰਮਿਕ ਸਥਾਨ ਹੈ ਉਸ ਦੀ ਮਹੱਤਤਾ ਹੈ, ਜਿਸ ਤੇ ਨਜਾਇਜ਼ ਇਸਰਾਈਲ ਨੇ ਕਬਜ਼ਾ ਕੀਤਾ ਹੋਇਆ ਹੈ। ਮਸਜਿਦ ਅਕਸਾ, ਜਿਸ ਦਾ ਨਾਮ ਹੈ ਮਸਜਿਦ ਅਕਸਾ। ਖੈਰ, ਬਾਤ ਨਿਕਲੇਗੀ ਤਾਂ ਲੰਬੀ ਚਲੀ ਜਾਏਗੀ। ਆਪਾਂ ਮੁੜ ਉਸ ਗੱਲ ਤੇ ਆਉਣੇ ਆ ਔਰ 2-4 ਮਿੰਟਾਂ 'ਚ ਮੈਂ ਆਪਣੀ ਗੱਲ ਸਮਾਪਤ ਕਰਕੇ ਤੁਹਾਡੇ ਤੋਂ ਆਗਿਆ ਲਵਾਂਗਾ, ਕਿਉਂਕਿ ਪੰਜਾਬ ਪੱਧਰ ਦਾ ਗੁੱਜਰ ਸੰਮੇਲਨ ਮਲੇਰਕੋਟਲੇ ਵਿਖੇ ਹੈ ਤੇ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਸੀ ਤੇ ਉੱਥੇ ਵੀ ਪਹੁੰਚ ਕੇ ਮੈਂ ਹਾਜ਼ਰੀ ਲਗਾਉਣੀ ਹੈ। ਮੈਂ ਇਸ ਗੱਲ ਲਈ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਪਹੁੰਚਣ ਤੇ ਮੈਨੂੰ ਮਾਨ ਸਨਮਾਨ ਦਿੱਤਾ, ਮੇਰੀ ਇੱਜ਼ਤ ਅਫਜ਼ਾਈ ਕੀਤੀ। ਤੁਹਾਡੀਆਂ ਖੁਸ਼ੀਆਂ, ਤੁਹਾਡੀਆਂ ਮੁਹੱਬਤਾਂ, ਤੁਹਾਡਾ ਪਿਆਰ ਦੇਖ ਕੇ ਮੈਨੂੰ ਬੜੀ ਹੌਸਲਾ ਅਫਜ਼ਾਈ ਹੋਈ ਹੈ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮਸਜਿਦਾਂ ਦੀ ਗੱਲ ਚੱਲੀ ਸੀ, ਇਸਲਾਮ ਅਲੀ ਸਾਹਿਬ ਦੀ, ਇਹਨਾਂ ਦੀਆਂ ਕੁਰਬਾਨੀਆਂ ਦੀ, ਇਹਨਾਂ ਦੀਆਂ ਮਿਹਨਤਾਂ ਦੀ। ਤੇ ਮਾਨ ਸਾਹਿਬ ਇੱਕ ਐਸੀ ਦੂਰ ਅੰਦੇਸ਼ ਸ਼ਖਸੀਅਤ ਦੇ ਮਾਲਕ ਹਨ ਕਿ ਜਿਹੜੇ ਹਰ ਇੱਕ ਉਸ ਵਰਕਰ ਦਾ ਪੂਰਾ ਖਿਆਲ ਰੱਖਦੇ ਨੇ ਜਿਹਨੇ ਇਸ ਪਾਰਟੀ ਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਹੋਵੇ। ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਨਿਯੁਕਤੀਆਂ ਹੋਣੀਆਂ ਪੰਜਾਬ 'ਚ। ਮਾਈਨੋਰਿਟੀ ਕਮਿਸ਼ਨ ਬਣਨਾ ਹੈ, ਵਕਫ ਬੋਰਡ ਬਣਨਾ ਹੈ, ਮਾਈਨੋਰਿਟੀ ਫਾਈਨੈਂਸ਼ੀਅਲ ਕਾਰਪੋਰੇਸ਼ਨ ਬਣਨੀ ਹੈ, ਪਲੈਨਿੰਗ ਬੋਰਡ ਬਣਨੇ ਨੇ, ਜ਼ਿਲ੍ਹਾ ਸ਼ਿਕਾਇਤ ਕਮੇਟੀਆਂ ਬਣਨੀਆਂ ਨੇ। तो ਉਹਦੇ ਵਿੱਚ ਵੀ ਨੁਮਾਇੰਦਗੀ ਸਾਰੇ ਭਰਾਵਾਂ ਨੂੰ ਮਿਲੇਗੀ। ਆਪਾਂ ਸਾਰੇ ਇੱਕ ਹਾਂ, ਸਾਰੇ ਭਾਈ ਹਾਂ, ਸਾਰੇ ਆਪਸ ਵਿੱਚ ਰਲ ਮਿਲ ਕੇ ਆਪਾਂ ਰਹਿੰਦੇ ਹਾਂ। ਐਸੀ ਦੀਵਾਰ ਬਣ ਕੇ ਅੱਗੇ ਵਧੀਏ ਕਿ ਜਿਹਦੇ ਉੱਪਰ ਪੂਰੀ ਦੀਵਾਰ ਤੇ ਸ਼ੀਸ਼ਾ ਲੱਗਿਆ ਹੋਵੇ, ਸ਼ੀਸ਼ਾ ਪਿਲਾਈ ਹੋਈ ਦੀਵਾਰ ਹੋਵੇ, ਤਾਂ ਕਿ ਮਤਲਬ ਉਹਦੇ ਵਿੱਚ ਕੋਈ ਸੁਰਾਖ ਵੀ ਨਾ ਹੋ ਸਕੇ। ਭੈਣੋ ਤੇ ਭਰਾਵੋ, 17 ਅਗਸਤ ਨੂੰ ਪੰਜਾਬ ਵਕਫ ਬੋਰਡ ਦੀ ਮਿਆਦ ਪੂਰੀ ਹੋ ਚੁੱਕੀ ਹੈ। ਵਕਫ ਬੋਰਡ ਤੇ ਕਾਂਗਰਸ ਦਾ ਕਬਜ਼ਾ ਸੀ, ਉਹ ਖਤਮ ਹੋ ਚੁੱਕਿਆ ਹੈ ਔਰ ਆਉਣ ਵਾਲੇ ਦਿਨਾਂ 'ਚ ਨया ਬੋਰਡ ਬਣੇਗਾ, ਜਿਹੜਾ ਬੋਰਡ ਇਨਸ਼ਾਅੱਲਾ ਆਮ ਆਦਮੀ ਪਾਰਟੀ ਦੇ ਮੈਂਬਰਾਂ ਤੇ ਆਧਾਰਿਤ ਹੋਏਗਾ। ਔਰ ਉਹ ਬੋਰਡ ਜਿਹੜਾ ਹੈਗਾ ਈਮਾਨਦਾਰ ਮੈਂਬਰਾਂ ਤੇ ਆਧਾਰਿਤ ਹੋਏਗਾ। ਉਹ ਮੈਂਬਰ ਉਸ ਬੋਰਡ ਦਾ ਹਿੱਸਾ ਬਣਨਗੇ ਜਿਨ੍ਹਾਂ ਦੇ ਦਿਲ ਦੇ ਵਿੱਚ जज्बा है, तड़प है, कुछ कर गुजरन की आरजू है लोग वही जहां में अच्छे आते हैं जो काम दूसरों के। उन तक ਜਿਹੜੇ लोग रहे ਕਾਰਾਂ ਦਾ ਕੀ ਸੀ, ਉਹਨਾਂ ਨੂੰ ਆਪਣਾ ਸੀ ਵੀ ਆਪਣਾ ਬੰਗਲੇ ਬਣਾ ਲਈਏ, ਕਾਰਾਂ ਲੈ ਲਈਏ, ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰ ਲਈਏ। तुझे अपने गम से मतलब, मुझे गम है दूसरों का, तेरे सामने नशेमन, नशेमन मैंने अपना घर, तेरे सामने नशेमन, मेरे सामने चमन है। पूरा बाग है, पूरा पंजाब है, पूरे पंजाब ਨੂੰ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਹੈ, ਪੰਜਾਬ ਨੂੰ ਹੱਸਦਾ ਪੰਜਾਬ ਬਣਾਉਣਾ ਹੈ, ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣੀ ਹੈ, ਸਾਰਿਆਂ ਦੇ ਘਰਾਂ 'ਚ ਰੋਟੀ ਬਣਨ ਦਾ ਪ੍ਰਬੰਧ ਕਰਨਾ ਹੈ। ਕਿਤੇ ਅੱਛੀ ਜਗ੍ਹਾ ਐਡਜਸਟ ਕਰੇਗੀ ਇਨਸ਼ਾਅੱਲਾ। ਆਉਣ ਵਾਲੇ ਸਮੇਂ 'ਚ ਤੁਹਾਡੇ ਸਾਰਿਆਂ ਦੇ ਦੁਆਵਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਹੈ। ਅੱਜ ਇੱਕ ਵਾਰ ਫਿਰ ਮੈਂ ਸਾਡੇ ਲੋਕ ਸਭਾ ਇੰਚਾਰਜ ਸਾਹਿਬ ਸਰਦਾਰ ਇੰਦਰਜੀਤ ਸਿੰਘ ਸੰਧੂ ਸਾਹਿਬ ਦਾ ਮੈਂ ਸ਼ੁਕਰੀਆ ਅਦਾ ਕਰਦਾ। ਮੇਰੇ ਬਜ਼ੁਰਗ ਪ੍ਰਿੰਸੀਪਲ JP ਸਿੰਘ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ। ਸਾਡੇ ਜੁਆਇੰਟ ਸਕੱਤਰ ਸਾਹਿਬ ਵਿੱਕੀ ਘਨੌਰ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ। ਔਰ ਇਸਲਾਮ ਅਲੀ ਸਾਹਿਬ ਜਿਹੜੇ ਰੂਹੇ ਰਵਾਂ ਨੇ ਇਸ ਫੰਕਸ਼ਨ ਦੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਇੰਨਾ ਵਧੀਆ ਫੰਕਸ਼ਨ ਅਰੇਂਜ ਕੀਤਾ। ਔਰ
ਕਾਰੀ ਮੁਹੰਮਦ ਰਾਫੀ ਸਾਹਿਬ ਨੂੰ ਹਜ ਕਮੇਟੀ ਸਟੇਟ ਹਜ ਕਮੇਟੀ ਦਾ ਮੈਂਬਰ ਨਾਮਜ਼ਦ ਕੀਤੇ ਜਾਣ 'ਤੇ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੱਤਾ ਹੈ। ਮੈਂ ਸਮਝਦਾ ਕਿ ਤੁਹਾਡੇ ਸਾਰਿਆਂ ਨੇ ਰਾਫੀ ਸਾਹਿਬ 'ਤੇ ਨਹੀਂ ਮੇਰੇ 'ਤੇ ਅਹਿਸਾਨ ਕੀਤਾ ਹੈ। ਸਰਦਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਲੀਡਰਸ਼ਿਪ ਨੂੰ ਤੁਸੀਂ ਸਲਾਮ ਕੀਤਾ ਹੈ, ਤਾਂ ਪਰ ਫਿਰ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹੋਇਆ ਆਗਿਆ ਲੈਂਦੇ ਹਾਂ। ਅਸਲਾਮ ਅਲੈਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग आंखों के लिए, खुशबू दिमागों के लिए, भला फूल को हाथ लगाने की जरूरत क्या है। हाँ जी, हाँ जी, हाँ जी। ਆਪਾਂ ਨੀਚੇ ਖੜ ਕੇ ਸਾਰੇ ਜਣੇ ਯਾਦਗਾਰੀ ਤਸਵੀਰ ਬਣਾਵਾਂਗੇ ਸਾਰੀ ਵੱਡੀ ਲੋ ਸਲਾਮ ਜੀ ਕਿਤਾਬ ਪੰਜਾਬ ਦੇ ਜਿਹੜੇ ਗ੍ਰਹਿ ਸਕੱਤਰ ਜੀ ਉਹ ਹੋਮ ਸੈਕਟਰੀ ਪੰਜਾਬ ਬਹੁਤ ਵੱਡੇ बाबू जी फोटो खींचने च बड़े माहर नारे लाने च भी माहर ਇਸਲਾਮ ਦਾ ਆਈਡੀ ਦਫ਼ਤਰ ਦੀ ਮੀਟਿੰਗ ਰੱਖੀ ਗਈ ਹੈ ਕਿ ਦਾ ਮੈਸੇਜ ਕਹਿਣਾ ਅੱਜ ਦੀ ਇਹ ਮੀਟਿੰਗ ਜ਼ਿਲ੍ਹਾ ਪਟਿਆਲਾ ਦੀ ਮਾਈਨੋਰਿਟੀ ਵਿੰਗ ਦੇ ਵੱਲੋਂ ਰੱਖੀ ਗਈ ਸੀ ਔਰ ਜਿਸ ਦੇ ਵਿੱਚ ਸਾਡੇ ਪਟਿਆਲਾ ਦੇ ਲੋਕ ਸਭਾ ਇੰਚਾਰਜ ਸਰਦਾਰ ਇੰਦਰਜੀਤ ਸਿੰਘ ਸੰਧੂ ਸਾਹਿਬ ਵੀ ਤਸ਼ਰੀਫ ਰੱਖਦੇ ਸੀ ਔਰ ਪ੍ਰਿੰਸੀਪਲ ਜੇਪੀ ਸਿੰਘ ਸਾਹਿਬ ਜਿਹੜੇ ਕਿ ਪੰਜਾਬ ਦੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਹਨ ਉਹ ਵੀ ਤਸ਼ਰੀਫ ਲਿਆਏ ਨੇ। ਸਾਡੇ ਜੁਆਇੰਟ ਸਕੱਤਰ ਸਾਹਿਬ ਪੰਜਾਬ ਦੇ ਸਰਦਾਰ ਵਿੱਕੀ ਸਿੰਘ ਧਨੌਰ ਜੀ ਔਰ ਮਿਨੋਰਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਨਾਬ ਇਸਲਾਮ ਅਲੀ ਸਾਹਿਬ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਹਨ। ਇਹ ਮੀਟਿੰਗ ਕਾਰੀ ਮੁਹੰਮਦ ਰਾਫੀ ਸਾਹਿਬ ਜਿਨ੍ਹਾਂ ਨੂੰ ਸਾਡੀ ਸੂਬਾ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਵੱਲੋਂ ਸਟੇਟ ਹਜ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਔਰ ਉਹਨਾਂ ਨੂੰ ਸਨਮਾਨਿਤ ਕਰਨ ਲਈ ਅੱਜ ਦੀ ਇਹ ਮੀਟਿੰਗ ਰੱਖੀ ਗਈ ਸੀ ਔਰ ਇਸ ਮੀਟਿੰਗ ਦੇ ਵਿੱਚ ਜ਼ਿਲ੍ਹੇ ਭਰ ਤੋਂ ਆਮ ਆਦਮੀ ਪਾਰਟੀ ਮਾਈਨੋਰਿਟੀ ਵਿੰਗ ਦੇ ਅਹਿਮ ਜਿਹੜੇ ਸੀਨੀਅਰ ਆਗੂ ਸਾਹਿਬਾਨ ਵਰਕਰ ਸਾਹਿਬਾਨ ਉਹ ਭਾਰੀ ਸੰਖਿਆ ਵਿੱਚ ਪਹੁੰਚੇ ਹੋਏ ਹਨ। ਮੈਨੂੰ ਹੁਕਮ ਹੋਇਆ ਸੀ ਹਾਜ਼ਰੀ ਲਵਾਉਣ ਦਾ। ਇਹਨਾਂ ਦੇ ਹੁਕਮ ਤੇ ਫੁੱਲ ਚੜਾਉਂਦਿਆਂ ਮੈਂ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰੀ ਲਵਾਉਣ ਦਾ ਸੁਭਾਗਾ ਪ੍ਰਾਪਤ ਕਰ ਸਕਿਆ ਹਾਂ ਤੇ ਮੈਂ ਧੰਨਵਾਦ ਕਰਦਾ ਜ਼ਿਲ੍ਹਾ ਪਟਿਆਲੇ ਦੀ ਸਾਰੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਜਿਹੇ ਇਨਸਾਨ ਨੂੰ ਇਹ ਮਾਣ ਬਖਸ਼ਿਆ ਹੈ ਔਰ ਮੈਂ ਇੰਨੀ ਭਰਵੀਂ ਮੀਟਿੰਗ ਦੇ ਵਿੱਚ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਖੁਦਕਿਸਮਤ ਸਮਝਦਾ ਹਾਂ। ਇਹ ਮੀਟਿੰਗ ਮਾਈਨੋਰਿਟੀ ਵਿੰਗ ਦੀ ਮੀਟਿੰਗ ਹੈ
ਜਿਸ ਦੇ ਪ੍ਰਧਾਨ ਇਸਲਾਮ ਅਲੀ ਸਾਹਿਬ ਹਨ, ਉਹ ਸਾਡੇ ਦਰਮਿਆਨ ਮੌਜੂਦ ਹਨ। ਔਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਉਹਨਾਂ ਦੀ ਡਿਊਟੀ ਹਿਮਾਚਲ ਪ੍ਰਦੇਸ਼ ਇਲੈਕਸ਼ਨ 'ਚ ਲੱਗੀ ਹੋਈ ਹੈ, ਉੱਥੇ ਗਏ ਹੋਏ ਨੇ। ਜੇ ਗੱਲ ਕਰੀਏ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਮਹਿਲਾਵਾਂ ਦੇ 1000 ਰੁਪਏ ਪ੍ਰਤੀ ਮਹੀਨਾ ਤੇ ਧਰਨਾ ਦਿੱਤਾ, ਤੁਸੀਂ ਕਿਵੇਂ ਦੇਖਦੇ ਹੋ? ਐਕਚੁਅਲੀ ਜਦੋਂ ਸਰਕਾਰ ਇਹਨਾਂ ਦੇ ਹੱਥਾਂ 'ਚ ਸੀ ਉਦੋਂ ਇਹਨਾਂ ਨੇ ਕੁਝ ਨਹੀਂ ਕੀਤਾ। ਉਦੋਂ ਸਾਡੀਆਂ ਧੀਆਂ, ਸਾਡੀਆਂ ਭੈਣਾਂ ਟੈਂਕੀਆਂ ਤੇ ਚੜ੍ਹ ਕੇ ਆਵਾਜ਼ਾਂ ਮਾਰਦੀਆਂ ਰਹੀਆਂ। ਆਪਣੇ ਹੱਕ ਦਿੱਤੇ ਜਾਣ ਦੇ ਲਈ ਇਹਨਾਂ ਨੂੰ ਪੁਕਾਰਦੀਆਂ ਰਹੀਆਂ, ਪਰ ਇਹਨਾਂ ਨੇ ਕਿਸੇ ਦੀ ਪੁਕਾਰ ਨਹੀਂ ਸੁਣੀ। ਮੀਂਹਾਂ ਵਿੱਚ, ਧੁੱਪਾਂ ਵਿੱਚ, ਅੱਤ ਦੀ ਗਰਮੀ ਦੇ ਵਿੱਚ ਉਹ ਟੈਂਕੀਆਂ ਚੜ੍ਹ ਕੇ ਉਹਨਾਂ ਨੇ ਸਮਾਂ ਬਿਤਾਇਆ, ਪਰ ਇਹਨਾਂ ਨੇ ਕਿਸੇ ਦੀ ਨਹੀਂ ਸੁਣੀ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਹੈ, ਜਿਸ ਨੂੰ ਸਿਰਫ 5 ਮਹੀਨੇ ਹੋਏ ਨੇ। ਔਰ 5 ਮਹੀਨਿਆਂ ਦੀ ਜਿਹੜੀ ਮਾਨ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ, ਉਹ ਇਹਨਾਂ ਦੇ 74 ਸਾਲਾਂ ਦੇ ਰਾਜ ਤੋਂ ਭਾਰੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਭਾਵੇਂ ਉਹ ਅਕਾਲੀ ਬੀਜੇਪੀ ਦੀਆਂ ਸਰਕਾਰਾਂ ਰਹੀਆਂ, ਭਾਵੇਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਉਹ 4-4.5 ਸਾਲ ਤਾਂ ਐਸ਼ ਪ੍ਰਸਤੀ 'ਚ ਗੁਜ਼ਾਰ ਦਿੰਦੀਆਂ ਸੀ। ਔਰ ਜਦੋਂ ਦੇਖਦੀਆਂ ਕਿ ਇਲੈਕਸ਼ਨ 'ਚ 5-6 ਮਹੀਨੇ ਰਹਿ ਗਏ, ਉਦੋਂ ਉਹ ਕੁਛ ਮਾੜਾ ਮੋਟਾ ਕਰਕੇ ਲੋਕਾਂ ਨੂੰ ਭਰਮਾ ਕੇ ਲੋਕਾਂ ਦੀਆਂ ਫਿਰ ਵੋਟਾਂ ਲੈ ਲਿਆ ਕਰਦੇ ਸੀ। ਪਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਕਿ ਜਿਨ੍ਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਸ ਏਜੰਡੇ 'ਤੇ ਕੰਮ ਕਰਨਾ ਸ਼ੁਰੂ ਕੀਤਾ, ਜਿਹੜਾ ਏਜੰਡਾ ਉਹਨਾਂ ਨੇ ਇਲੈਕਸ਼ਨ ਕੰਪੇਨ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਸੀ। ਰਿਸ਼ਵਤਖੋਰੀ ਤੇ ਨੱਥ ਪਾਉਣ ਦਾ ਏਜੰਡਾ ਸੀ, ਬਿਜਲੀ ਮੁਫਤ ਦਿੱਤੇ ਜਾਣ ਦੀ ਗਰੰਟੀ ਸੀ, ਨਸ਼ਿਆਂ ਨੂੰ ਨੱਥ ਪਾਉਣ ਦਾ ਏਜੰਡਾ ਸੀ, ਔਰ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਏਜੰਡਾ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਆ ਗਿਆ ਸੀ। ਤੁਸੀਂ ਸਾਰੇ ਜਾਣਦੇ ਹੋ ਕਿ ਰਿਸ਼ਵਤਖੋਰੀ ਦੇ ਮਾਮਲੇ 'ਚ 210 ਤੋਂ ਜ਼ਿਆਦਾ ਰਿਸ਼ਵਤਖੋਰ ਅਫਸਰਾਂ ਦੇ ਖਿਲਾਫ ਕਾਰਵਾਈ ਹੋ ਚੁੱਕੀ ਹੈ, ਔਰ ਇਹਦੇ ਵਿੱਚ ਕਈ ਲੀਡਰ ਸਾਹਿਬਾਨ ਵੀ ਸ਼ਾਮਲ ਹਨ। ਨਸ਼ਿਆਂ ਦੇ ਖਿਲਾਫ ਬੜੀ ਮੁਸਤੈਦੀ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਖਤ ਆਦੇਸ਼ਾਂ ਦੇ ਕੰਮ ਕਰਦਿਆਂ ਪੰਜਾਬ ਦੀ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਔਰ ਨਸ਼ੇ ਦੇ ਸੁਦਾਗਰਾਂ ਨੂੰ ਫੜ ਰਹੀ ਹੈ। ਔਰ ਹੁਣ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਦਰਿਆ ਵਗਦਾ ਸੀ, ਉਸ 'ਤੇ ਕਾਫੀ ਕੰਟਰੋਲ ਹੋ ਚੁੱਕਿਆ ਹੈ। ਔਰ ਭਰਤੀ ਦੇ ਤਾਲੁਕ ਨਾਲ ਐਲਾਨ ਕੀਤਾ ਸੀ ਮਾਨ ਸਾਹਿਬ ਨੇ ਕਿ 26,500 ਅਸੀਂ ਨੌਕਰੀਆਂ ਜਿਹੜੀਆਂ ਹਨ ਉਹ ਭਰਤੀ ਕਰਾਂਗੇ। ਤੁਸੀਂ ਦੇਖਿਆ ਕਿ 4358 ਪੁਲਿਸ ਮੁਲਾਜ਼ਮ ਭਰਤੀ ਕੀਤੇ ਗਏ ਨੇ, 850 ਡਾਕਟਰ ਭਰਤੀ ਕੀਤੇ ਗਏ ਨੇ, 17,500 ਤੋਂ ਵੱਧ ਜਿਹੜੀਆਂ ਭਰਤੀਆਂ ਕੀਤੀਆਂ ਜਾ ਚੁੱਕੀਆਂ ਹਨ। ਆਉਣ ਵਾਲੇ ਥੋੜ੍ਹੇ ਦਿਨਾਂ 'ਚ ਇਹ 26,500 ਦੀਆਂ ਭਰਤੀਆਂ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਔਰ ਮੁਫਤ ਬਿਜਲੀ ਦੇਣ ਦਾ ਐਲਾਨ ਸੀ, ਉਹ 1 ਜੁਲਾਈ ਤੋਂ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਤੇ ਸਟੈਪ ਬਾਈ ਸਟੈਪ ਸਾਰੇ ਕੰਮ ਹੋਣਗੇ। ਔਰ ਜਿੱਥੋਂ ਤੱਕ 1000 ਰੁਪਇਆ ਪੰਜਾਬ ਦੀਆਂ ਔਰਤਾਂ ਨੂੰ ਪਰ ਮੰਥ ਦਿੱਤੇ ਜਾਣ ਦੀ ਗੱਲ ਹੈ, ਇਸ ਵਾਅਦੇ 'ਤੇ ਵੀ ਆਉਣ ਵਾਲੇ ਸਮੇਂ 'ਚ ਇਨਸ਼ਾਅੱਲਾ 100% ਅਮਲ ਕੀਤਾ ਜਾਏਗਾ। ਜੇ ਗੱਲ ਕਰੀਏ ਪੀਆਰਟੀਸੀ ਦੀ, ਪੀਆਰਟੀ ਜਿਹੜੇ ਮੁਲਾਜ਼ਮ ਹੈ ਅੱਜ ਵੀ ਧਰਨੇ 'ਤੇ ਬੈਠੇ ਆ, ਤਾਂ 2-3 ਮਹੀਨੇ ਸਾਨੂੰ ਤਨਖਾਹਾਂ ਨਹੀਂ ਮਿਲੀਆਂ, ਕਿਵੇਂ ਦੇਖਦੇ ਤੁਸੀਂ ਉਹਨਾਂ ਨੂੰ? ਨਹੀਂ, ਮਾਨ ਸਾਹਿਬ ਨੇ ਇਹ ਗੱਲ ਵੀ ਕਹੀ ਹੈ ਕਿ ਅਸੀਂ ਪੰਜਾਬ ਦੇ 36,000 ਤੋਂ ਵੱਧ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਪੱਕੇ ਕਰਾਂਗੇ। ਔਰ ਤੁਸੀਂ ਦੇਖਿਆ ਆਜ਼ਾਦੀ ਦਿਵਸ ਦੇ ਮੌਕੇ 'ਤੇ 75 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਔਰ ਉਸ ਤੋਂ ਬਾਅਦ ਵੀ 2, 5, 4, 7 ਦੀ ਰੇਸ਼ੋ ਵਿੱਚ ਡੇਲੀ ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੁੱਲ੍ਹ ਰਹੇ ਹਨ, ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ। ਜਿੱਥੋਂ ਤੱਕ ਤੁਸੀਂ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਇਹਨਾਂ ਦੀਆਂ ਵੀ ਜੋ ਮੰਗਾਂ ਹਨ, ਉਹ ਇਹਨਾਂ ਦੀਆਂ ਮੰਗਾਂ ਸੁਣ ਕੇ ਸਮਝ ਕੇ ਉਹਨਾਂ ਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇ ਸਾਡੀ ਮੰਗਾਂ ਨਹੀਂ ਪੂਰੀ ਹੁੰਦੀਆਂ ਤਾਂ ਹੜਤਾਲ ਤੇ ਅਸੀਂ ਜਾਰੀ ਰਹੇਗੀ। ਕਿਵੇਂ ਦੇਖ ਰਹੇ ਹੜਤਾਲ? 2 ਦਿਨ ਬਾਅਦ ਹੜਤਾਲ ਆਪਣੀ ਸ਼ੁਰੂ ਹੋਈ ਹੈ, ਕਿਵੇਂ ਦੇਖੋ?
ਨਹੀਂ, ਮਾਨ ਸਾਹਿਬ ਬੜੇ ਦੂਰ ਅੰਦੇਸ਼ ਸ਼ਖਸੀਅਤ ਦੇ ਮਾਲਕ ਹਨ। ਉਹ ਇਹਨਾਂ ਦੀਆਂ ਮੰਗਾਂ ਨੂੰ ਜ਼ਰੂਰ ਮਤਲਬ ਹੈ ਵੀ ਜਾਇਜ਼ ਮੰਗਾਂ ਨੂੰ ਜਲਦੀ ਪ੍ਰਵਾਨ ਕਰਨਗੇ। ਕਲੀਨਿਕ ਦੀ ਗੱਲ ਕੀਤੀ ਹੈ ਜਿੱਥੇ ਭਗਵੰਤ ਮਾਨ ਸੀਐਮ ਸਾਹਿਬ ਦੀ ਫੋਟੋ ਲੱਗੀ ਹੈ ਤੇ ਉਦੋਂ ਹੀ ਪ੍ਰਕਾਸ਼ ਸਿੰਘ ਬਾਦਲ ਜੋ ਐਮਐਲਏ ਜਾਰੀ ਹੋਈ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਹੈ। ਤੁਸੀਂ ਫੋਟੋਆਂ ਕਿਵੇਂ ਦੇਖ ਰਹੇ ਹੋ? ਐਕਚੁਅਲੀ ਇੱਕ ਤਾਂ ਫੋਟੋ ਲਗਾਈ ਜਾਂਦੀ ਹੈ ਮਹਿਜ਼ ਬਤੌਰ ਫੋਟੋ ਹੀ, ਤੇ ਇੱਕ ਅਸੀਂ ਮਤਲਬ ਹੈ ਵੀ ਲੋਕਾਂ ਨਾਲ ਕੀਤੇ ਵਾਅਦੇ ਨੂੰ 100% ਪੂਰਾ ਕਰਕੇ ਉਦੋਂ ਫੋਟੋ ਅਸੀਂ ਇਸਤੇਮਾਲ ਕਰਦੇ ਹਾਂ, ਤਾਂ ਉਹ ਸਾਨੂੰ ਰਾਈਟ ਹੈ, ਉਹ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕ ਇਹ ਜਾਣ ਸਕਣ ਕਿ ਇਹ ਕੰਮ ਜਿਹੜਾ ਹੈਗਾ ਇੱਕ ਪਹਿਲਾਂ ਫੋਟੋ ਲੱਗਿਆ ਕਰਦੀ ਸੀ, ਇਕੱਲੀ ਫੋਟੋ ਹੀ ਹੁੰਦੀ ਸੀ, ਕਿ ਅੱਜ ਜਿਸ ਸ਼ਖਸ ਦੀ ਜਿਸ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਉਹਨਾਂ ਨੇ ਬਾਕਾਇਦਾ ਜੋ ਵਾਅਦਾ ਕੀਤਾ ਸੀ ਕੰਮ ਕਰਕੇ ਫੋਟੋ ਲਵਾਈ ਹੈ। ਥੈਂਕ ਯੂ। ਤੁਹਾਡੇ ਦੇ ਐਮਐਲਏ ਸਾਹਿਬ ਆਏ ਤੇ ਮੈਂਬਰ ਬਣਾਇਆ ਗਿਆ, ਕਿਵੇਂ ਦੇਖਦੇ ਹੋ ਇਹਦੇ ਨਾਲ? ਅੱਜ ਡਾਕਟਰ ਜਮੀਲੂ ਜੀ ਜੋ ਮਲੇਰਕੋਟਲਾ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ, ਉਹ ਪਟਿਆਲਾ ਦੇ ਵਿੱਚ ਉਹਨਾਂ ਨੇ ਤਸ਼ਰੀਫ ਫਰਮਾਈ ਹੈ ਔਰ ਮਿਨੋਰਟੀ ਵਿੰਗ ਡਿਸਟ੍ਰਿਕਟ ਪਟਿਆਲਾ ਦੀ ਅੱਜ ਜਿਹੜੀ ਮੀਟਿੰਗ ਸੀ, ਇਸਲਾਮ ਅਲੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਹੈ। ਔਰ ਇਹਦੇ ਨਾਲ ਕਾਰੀ ਮੁਹੰਮਦ ਰਾਫੀ ਜੀ ਜੋ ਕਿ ਹੱਜ ਕਮੇਟੀ ਦੇ ਮੈਂਬਰ ਨਿਯੁਕਤ ਹੋਏ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਦੇ ਇਸ ਪ੍ਰੋਗਰਾਮ 'ਚ ਔਰ ਬਹੁਤ ਵੱਡੀ ਗਿਣਤੀ ਵਿੱਚ ਸਾਰਿਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਮੈਂ ਆਪਣੇ ਵੱਲੋਂ ਸਮੁੱਚੇ ਮਿਨੋਰਟੀ ਵਿੰਗ ਦੇ ਅਹੁਦੇਦਾਰਾਂ ਦਾ ਔਰ ਸਮੁੱਚੇ ਭਾਈਚਾਰੇ ਦਾ, ਮੁਸਲਿਮ ਸਮੁਦਾਇ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ। मेरा नाम कारी मोहम्मद राफी। आज जी मीटिंग रखी है किमें देखते हो? माशाल्लाह हमारे जो डॉक्टर जमीलुर रहमान साहब, इन्होंने जो है आज हमें सम्मानित किया और हमें जो है जो लेटर आया हुआ था वो भी हमारे हाथ में दिया। और हम दुआ करते हैं कि अल्लाह रब्बुल इज़्ज़त इस आम आदमी पार्टी को अच्छे लेवल तक पहुंचने की तौफीक अता फरमाए और अच्छे काम करने की तौफीक अता फरमाए। और जो मुझे ड्यूटी दी है, जो मुझे खिदमत अंजाम दी है, मैं भी अल्लाह से दुआ करता हूँ कि अल्लाह रब्बुल इज़्ज़त मुझे अच्छी खूब खिदमत करने की, अच्छे तरीके से खूब खिदमत करने की तौफीक अता फरमाए। और मैं जो खिदमत मुझे दी है, मैं वादा करता हूँ कि इंशाअल्लाह मैं खूब अच्छे तरीके से इस ड्यूटी को निभाऊँगा और ईमानदारी से निभाऊँगा इंशाअल्लाह। मैंबर बड़े